ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਪੰਜਵੀਂ ਸ਼ਲੋਕ। ਦੇਨਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਏ, ਨਾਨਕ ਕਉ ਨ ਸਿਜੀ ਬਿਨ ਨਾਵੇਂ ਪਤ ਜਾਏ। ਦੇਨਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਏ, ਨਾਨਕ ਕਹੋ ਨ ਸਿਜੀ ਬਿਨ ਨਾਵੇਂ ਪਤ ਜਾਏ। ਦੇਨਹਾਰ ਨੂੰ ਭੁੱਲ ਗਏ ਅਸੀਂ ਭਾਈ। ਕਿਉਂ ਭੁੱਲ ਗਏ? ਸੰਸਾਰੀ ਜੀਵ ਐ। ਸਾਡੇ ਜਨਮ ਤੋਂ ਬਾਅਦ ਆਤਮਾ ਦੇ ਮਾਇਆ ਦੇ ਰਿਸ਼ਤੇ ਬਣ ਜਾਂਦੇ ਆ। ਆਤਮਾ ਇਹਨੂੰ ਆਪਦੇ ਰਿਸ਼ਤੇ ਮੰਨਣ ਲੱਗ ਜਾਂਦੀ ਹੈ। ਜਿੰਨਾ ਕੁ ਸਾਨੂੰ ਗਿਆਨ ਹੁੰਦਾ ਉਹ ਜੇ ਅਸੀਂ ਧਰਮ ਕਰਮ ਕਰਦੇ ਰਹਿੰਦੇ ਹਾਂ ਭਾਈ। ਪਰ ਸਤਿਗੁਰ ਸਮਝਾਉਂਦੇ ਆ, ਦੇਨਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਏ। ਸਵਾਦਾਂ 'ਚ ਲਾਗੇ, ਮਾਇਆ ਦੇ ਰਸਾਂ ਕਸਾਂ 'ਚ ਲਾਗੇ, ਨਾਨਕ ਕਹੋ ਨ ਸਿਜੀ ਬਿਨ ਨਾਵੇਂ ਪਤ ਜਾਏ। ਫਿਰ ਸੋਝੀ ਤਾਂ ਇਹ 'ਚ ਹੋਣੀ ਨਹੀਂ ਭਾਈ। ਸੋਝੀ ਕਿੱਥੋਂ ਹੋਊਗੀ? ਨਾਮ ਤੋਂ ਬਿਨਾਂ ਆਤਮਾ ਦੀ ਕੀ ਪਤ ਹੈ ਭਾਈ। ਜੇ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਸੰਸਾਰੀ ਸੋਭਾ ਖਾਤਰ ਆਪਦਾ ਜੀਵਨ ਖਰਾਬ ਕਰਦਾ। ਕਹਿੰਦੇ ਭਾਈ ਤੇਰੀ ਇਹੀ ਸੋਭਾ ਹੈ, ਕਾਲ ਤੋਂ ਬਚ ਕੇ ਤੂੰ ਆਪਦੇ ਘਰ ਪਹੁੰਚ ਜਾ। ਨਹੀਂ ਇੱਥੇ ਕਾਲ ਨਹੀਂ ਛੱਡਦਾ, ਇਹ ਸਾਰਾ ਕਾਲ ਦਾ ਤਮਾਸ਼ਾ ਹੈ। ਚੌਪਈ ਸਾਹਿਬ ਸਤਿਗੁਰ ਸਮਝਾਉਂਦੇ ਨੇ, ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਤਮਾਸ਼ਾ ਵਾ ਜਿੱਥੇ ਜੀ ਕਰੂਗਾ ਮਾਰੂਗਾ। ਕਾਲ ਤੋਂ ਤਾਂ ਆਪਾਂ ਬਚਣਾ ਸੀ। ਆਪਾਂ ਤਾਂ ਮਾਇਆ ਦੇ ਰਸਾਂ ਕਸਾਂ ਨਾਲ ਜੁੜੀ ਬੈਠੇ ਹਾਂ, ਦੇਨਹਾਰ ਨੂੰ ਭੁੱਲੇ ਬੈਠੇ ਹਾਂ। ਰੋਜ਼ ਬਾਣੀ ਪੜ੍ਹਦੇ ਵੀ ਹਾਂ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ ਜਾਦੀ। ਜੁਗਾਂ ਤੋਂ ਭਾਵ ਸਮਾਂ ਸ੍ਰਿਸ਼ਟੀ ਸਾਜੀ ਹੈ, ਕੁਦਰਤ ਨੇ ਸਾਰਿਆਂ ਨੂੰ ਦੇਈ ਜਾ ਰਿਹਾ। ਜੀਵ ਆ ਰਹੇ ਨੇ, ਜਾ ਰਹੇ ਨੇ। ਫਿਰ ਸਾਡੇ ਇੱਥੇ ਆਉਣ ਦਾ ਕੀ ਕਾਰਨ ਸੀ? ਕਾਹਤੇ ਮਨੁੱਖਾਂ ਦੇ ਹੀ ਧਾਰੀ ਅਸੀਂ? ਸਾਨੂੰ ਕਿਉਂ ਦਿੱਤੀ ਉਹਨੇ? ਐਡਾ ਡੰਬਰ ਕਿਉਂ ਰਚਿਆ? ਕਿਸ ਕਾਰਨ ਤੁਬ ਜਾਗਾ ਏ ਭਾਈ? ਕਾਰਨ ਵਜ੍ਹਾ ਕੀ ਵਜ੍ਹਾ ਸੀ ਇੱਥੇ ਭਾਈ? ਨਾਮ ਦੀ ਖਾਤਰ। ਅਧੂਰਾ ਹੈ ਜੀ, ਪੂਰਾ ਹੋਣ ਆਇਆ। ਇਹ ਦੇਵਲੋਕ 'ਚੋਂ ਹੁਕਮ ਹੁੰਦਾ ਹੈ। ਫਿਰ ਅਸੀਂ ਦੁਆਪਰ ਗਰਭ 'ਚ ਆਉਂਦੇ ਹਾਂ। ਉਹਨੂੰ ਦੁਆਪਰ ਦੂਆਪੁਰ ਕਹਿੰਦੇ ਆ। ਉਹ ਗਰਭ ਮਾਤਲੋਕ ਹੈ। ਉੱਥੋਂ ਜਨਮ ਲੈ ਕੇ ਫਿਰ ਇਹ ਮ੍ਰਿਤ ਲੋਕ 'ਚ ਆ ਜਾਂਦੇ ਆ। ਇਹਨੂੰ ਕਲਯੁਗ ਕਹਿੰਦੇ ਨੇ। ਕਲਯੁਗ ਤੋਂ ਭਾਵ ਕਲਪਨਾ ਸਾਡੇ ਅੰਦਰ ਸ਼ੁਰੂ ਹੋ ਜਾਂਦੀ ਹੈ। ਇਹ ਸਮੇਂ ਵਾਰੀ ਸਮਝਾਇਆ ਅਵਸਥਾ ਨੇ ਆਤਮਾ ਦੀਆਂ। ਉਹਨਾਂ ਨੂੰ ਅਲੱਗ-ਅਲੱਗ ਭਰਮ ਪਾਤਾ। ਜਿੰਨੀ ਕਿਸੇ ਨੂੰ ਮਤ ਸੀ ਉਹ ਨਹੀਂ ਪੂਰਾ ਆਪਦੇ ਹਿਸਾਬ ਨਾਲ ਸਮਝਾਉਣਾ ਚਾਹਿਆ। ਪਰ ਅਸੀਂ ਕੀ ਤੋਂ ਸਮਝਣਾ? ਅਸੀਂ ਗੁਰ ਕੀ ਮਤ ਲੈਣੀ ਹੈ। ਸੰਸਾਰ ਦੀ ਸਾਰੀ ਮਤ ਦਾ ਤਿਆਗ ਕਰਨਾ, ਤਾਂ ਸਾਨੂੰ ਸਮਝ ਆਉਣਾ। ਭਗਤ ਕਬੀਰ ਜੀ ਨੇ ਵੀ ਸਮਝਾਇਆ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਦੂਜੀ ਤਾਂ ਘਨ 'ਤੇ ਧਰਨੀ ਹੀ ਨਹੀਂ ਭਾਈ, ਤਾਂ ਸਮਝ ਆਉਣੀ ਆ। ਅਸੀਂ ਤਾਂ ਹੋਰ ਹੀ ਮੱਤਾਂ ਦਾ ਜਿਹੜਾ ਹੈਗਾ ਆਸਰਾ ਲੈ ਲੈਂਦੇ ਹਾਂ। ਗ੍ਰੰਥ ਸਾਹਿਬ ਨੂੰ ਵੀ ਮੰਨਦੇ ਹਾਂ, ਗੁਰੂ ਘਰ ਵੀ ਜਾਂਦੇ ਹਾਂ, ਧਾਰਮਿਕ ਸਮਾਗਮ ਵੀ ਕਰਦੇ ਹਾਂ, ਦੀਵਾਨ ਵੀ ਲਾਉਂਦੇ ਹਾਂ। ਪਰ ਗੁਰਬਾਣੀ ਤੋਂ ਬਹੁਤ ਦੂਰ ਹਾਂ ਅਸੀਂ। ਗੁਰਬਾਣੀ ਛੱਡਤੀ ਅਸੀਂ। ਸਤਿਗੁਰ ਕੀ ਸਮਝਾਉਂਦੇ ਆ? ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਉਹ ਭਾਈ ਜਿਨ੍ਹਾਂ ਨੇ ਗੁਰੂ ਛੱਡਤਾ ਉਹ ਡੁੱਬ ਗਏ। ਅਸੀਂ ਡੁੱਬਿਆਂ ਕੰਨੀ ਨੂੰ ਜਾਂਦੇ ਹਾਂ। ਉਹ ਸਾਨੂੰ ਲਾਲਚ ਦਿੰਦੇ ਆ ਨਾ। ਲਾਲਚ ਕਰਕੇ ਤਾਂ ਇੰਨੇ ਜਨਮ ਲੱਗ ਗਏ ਸਾਨੂੰ। ਉਹੀ ਤਾਂ ਤਿਆਗ ਕਰਨਾ ਸੀ। ਬਾਣੀ ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਉਂਦੀ ਹੈ ਮਾਇਆ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ, ਜਲਮੇ ਜਨ ਤੋਂ ਪਾਏ। ਤਿੰਨਾਂ ਵੀ ਰੋਜੀ ਦੇ ਸਾਰਿਆਂ ਨੂੰ ਦਿੰਦਾ। ਉਹ ਕਿਹੜੇ ਧਰਮ ਕਰਮ ਕਰਦੇ ਨੇ ਭਾਈ? ਜਾਨਵਰ, ਉਤਪਤੀ, ਉਹਨਾਂ ਦਾ ਵੀ ਖਿਆਲ ਰੱਖਦਾ। ਬਨਸਪਤੀ ਜਿਹੜੇ ਉਹ ਜਾਨਵਰ ਨੇ, ਉਹ ਕਿਹੜੇ ਧਰਮ ਕਰਮ ਕਰਦੇ? ਉਹਨਾਂ ਦਾ ਕੌਣ ਗੁਰੂ? ਉਹਨਾਂ ਨੂੰ ਕੌਣ ਗਿਆਨ ਦਿੰਦਾ ਹੈ? ਇੱਕ ਹੀ ਹੈ ਗੁਰੂ ਸ੍ਰਿਸ਼ਟੀ ਦੇ ਵਿੱਚ। ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਦਰਸ਼ਨ ਕਰਨ ਤਾਂ ਆਪਾਂ ਆਏ ਹਾਂ। ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਗੁਰਦਰਸ਼ਨ ਹੋਣਾ ਹੈ। ਗੁਰਦਰਸ਼ਨ ਕੀ ਹੁੰਦਾ ਹੈ? ਗਿਆਨ। ਗਿਆਨ ਦਾ ਦਰਸ਼ਨ ਹੋਣਾ। ਉਹ ਗਿਆਨ ਦਾ ਦਰਸ਼ਨ ਕਿਹਨੂੰ ਹੁੰਦਾ ਹੈ? ਉਹ ਮਨ ਬੁੱਧੀ ਨੂੰ ਹੋਣਾ ਹੈ। ਇਹ ਪਹਿਲਾ ਦਰਸ਼ਨ ਹੈ ਆਪਣਾ। ਉਸ ਤੋਂ ਬਾਅਦ ਸਾਨੂੰ ਗੁਰੂ ਨਾਮ ਦਾ ਦਰਸ਼ਨ ਹੋਣਾ। ਉਹੀ ਤਾਂ ਨਾਮ ਹੈ ਭਾਈ। ਨਾਮੇ ਉਤਪਤ ਨਾਮੇ ਪਰਲੋ, ਨਾਮ ਕੇ ਧਾਰੇ ਸਗਲੇ ਜੰਤ।
ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਨੇ ਤਾਂ ਸਭ ਕੁਝ ਬੰਨ੍ਹ ਕੇ ਰੱਖਿਆ ਹੋਇਆ, ਅਸੀਂ ਉਹ ਵੀ ਬਾਹਰ ਪ੍ਰਾਪਤੀ ਕਰ ਲੈਂਦੇ, ਉਹ ਸਾਡਾ ਭਰਮ ਹੈ। ਕਿਉਂ ਭਰਮ ਸਾਨੂੰ ਪੈਂਦਾ? ਸਾਨੂੰ ਗੁਰ ਸ਼ਬਦ 'ਚੋਂ ਗਿਆਨ ਹੀ ਨਹੀਂ ਹੋਇਆ, ਨਾ ਅਸੀਂ ਕਦੇ ਗੁਰੂ ਨੂੰ ਸੁਣਿਆ, ਨਾ ਸਾਡਾ ਗੁਰੂ ਨਾਲ ਕੋਈ ਰਾਬਤਾ ਵਾ। ਅਸੀਂ ਤਾਂ ਇੱਛਾ ਕਰਕੇ ਜਾਂਦੇ ਹਾਂ, ਜੇ ਸਾਡੀ ਇੱਛਾ ਨਹੀਂ ਮਿਲਦਾ ਸਾਰਾ ਕੁਛ ਭਾਈ, ਤਾਂ ਫਿਰ ਕੰਮ ਕਰਨ ਦੀ ਵੀ ਕੋਈ ਲੋੜ ਹੀ ਨਹੀਂ ਹੈਗੀ। ਇਹੀ ਤਾਂ ਸਤਿਗੁਰਾਂ ਨੇ ਸਮਝਾਇਆ, ਸਾਰੇ ਸੰਸਾਰ ਨੂੰ ਸਮਝਾਇਆ, ਬਾਣੀ ਸਮਝਾ ਰਹੀ ਹੈ ਭਾਈ ਵੀ ਜੇ ਮੰਗ ਕੇ ਹੀ ਮਿਲਦਾ ਫਿਰ ਕੰਮ ਕਾਸ ਨੂੰ ਕਰਨਾ ਹੈ। ਜਿਸ ਧਨ ਕੋ ਚਾਰ ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ, ਉਹ ਵੀ ਉਹਦੀ ਕਿਰਪਾ ਨਹੀਂ ਮਿਲਦਾ ਵਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ, ਸਾਈ ਗੱਲ ਚੰਗੀ। ਹਰ ਦਾ ਇੱਕ ਰੰਗੀ ਰਹਿੰਦਾ ਹੈ। ਜਿਹੜੇ ਸੰਸਾਰੀ ਰੰਗ ਭਾਵ ਗਿਆਨ ਉਹਨੇ ਬਣਾਏ ਨੇ, ਉਹ ਸਰੀਰ ਕਰਕੇ ਨੇ, ਉਹ ਵੀ ਉਹਨੇ ਦਿੱਤੀ ਹੈ ਖੁਰਾਕ। ਉਹ ਸਰੀਰ ਦੀ ਖੁਰਾਕ ਅਸੀਂ ਮਨ ਨਾਲ ਜੋੜਤੀ ਤਾਂ ਨਹੀਂ ਸਾਡੀ ਗਤੀ ਹੋਈ। ਸਰੀਰ ਦੀ ਗਤੀ ਕਰੀ ਜਾਂਦੇ ਹਾਂ, ਗਤੀ ਆਤਮਾ ਦੀ ਆਉਣੀ ਆ। ਭੁੱਲ ਗਏ ਅਸੀਂ, ਕਿਰਾਏ ਪੈ ਗਏ। ਦੇਨਹਾਰ ਪ੍ਰਭ ਛੋੜ ਕੇ ਕਿੱਧਰੋਂ ਆ ਰਿਹਾ ਸਾਨੂੰ, ਕਿਹੜੀ ਸ਼ਕਤੀ ਇਹਦੇ ਪਿੱਛੇ ਕੰਮ ਕਰ ਰਹੀ ਹੈ। ਸਾਡਾ ਜਿਹੜਾ ਹੈਗਾ ਸੁਭਾਅ ਆ, ਜੋ ਸਾਨੂੰ ਚੀਜ਼ ਮਿਲਦੀ ਹੈ ਉਹਦੇ ਨਾਲ ਪ੍ਰੇਮ ਪਾ ਲੈਂਦੇ ਅਸੀਂ। ਸੰਪਤ ਮਿਲ ਜਾਂਦੀ ਹੈ, ਹੋਰ ਚਾਹੀਦੀ ਹੈ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ, ਵਾਜਾਂ ਨੂੰ ਕਾਲ ਆ ਜਾਂਦਾ, ਬਸ ਇੰਨਾ ਕੀ ਸਮਾਂ ਹੁੰਦਾ। ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਬੜੀ ਘਾਲਣਾ ਕਰਦੇ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਕਰਨੀ ਸ਼ਬਦ ਦੀ, ਸਾਧਨਾ ਸੀ ਮਨ ਨੂੰ, ਫਿਰ ਨਾਮ ਦੀ ਪ੍ਰਾਪਤੀ ਹੋਣੀ ਸੀ। ਉਹ ਦੂਜਿਆਂ ਨੂੰ ਉਪਦੇਸ਼ ਕਰੀ ਜਾਂਦੇ ਅਸੀਂ, ਆਪ ਨਹੀਂ ਕਮਾਈ ਕਰਦੇ। ਭਗਤ ਕਬੀਰ ਜੀ ਕੀ ਕਹਿੰਦੇ? ਕਬੀਰ ਔਰੋਂ ਕੋ ਉਪਦੇਸ਼ ਤੇ, ਮੁਖ ਮੇ ਪਰ ਹੈ ਰੇਤ, ਰਾਸ ਬਗਾਨੀ ਰਾਖਤੇ, ਖਾਇਆ ਕਰ ਕਾ ਖੇਤ। ਅਸੀਂ ਦੂਜਿਆਂ ਨੂੰ ਉਪਦੇਸ਼ ਕਰਨ ਲੱਗ ਜਾਂਦੇ। ਭਗਤ ਕਬੀਰ ਜੀ ਕਹਿੰਦੇ ਆਪ ਨਹੀਂ ਕਮਾਈ ਕਰਦੇ, ਆਪ ਕਮਾਈ ਕਰਨੀ ਹੈ ਭਾਈ। ਆਪ ਜਪੇ ਅਵਰੇ ਨਾਮ ਜਪਾਵੇ, ਉਸ ਤੋਂ ਬਾਅਦ ਸਾਨੂੰ ਇਹ ਪ੍ਰਾਪਤੀ ਹੋਣੀ ਹੈ। ਪਹਿਲਾਂ ਇਹਨੂੰ ਸਮਝਣਾ, ਇਹ 'ਚੋਂ ਗਿਆਨ ਪੈਦਾ ਹੋਊ, ਫਿਰ ਸਾਡਾ ਧਿਆਨ ਲੱਗੂ, ਫਿਰ ਧਿਆਨ ਦੀ ਦੁਨੀਆ ਜਾਵਾਂਗੇ। ਉੱਥੇ ਜਾ ਕੇ ਹੀ ਇਹ ਗੱਲ ਸਾਰੀ ਸਮਝਾਈ ਜਾਂਦੀ ਹੈ। ਉੱਥੇ ਜਾ ਕੇ ਹੀ ਸਾਨੂੰ ਬਾਣੀ ਸਮਝ ਆਉਣੀ। ਅਸੀਂ ਆਪਦੀ ਬੁੱਧੀ ਨੂੰ ਅਰਥਾ ਰਹੇ ਹਾਂ, ਦੇਖ ਰਹੇ ਹਾਂ ਫਿਰ ਅੱਜ ਕੀ ਹੋ ਰਿਹਾ ਸੰਸਾਰ ਦੇ ਵਿੱਚ। ਇਹ ਗਲਤੀ ਨਹੀਂ ਕਰਨੀ, ਇਹਦੀ ਸਜ਼ਾ ਬਹੁਤ ਭਾਰੀ ਹੈ। 84 ਲੱਖ ਜੂਨੀ ਨੂੰ ਫਿਰ ਜਾਣਾ ਪੈਂਦਾ। ਪੜ੍ਹਿਆ ਹੋਵੇ ਗੁਨਹਗਾਰ ਓਮੀ ਸਾਧਨਾ ਮਾਰੀ, ਆਸਾ ਦੀ ਬਸਤ ਕਰ ਸਮਝਾਉਂਦੀ ਹੈ। ਜਦ ਤੱਕ ਰਸਤਾ ਸਾਨੂੰ ਸਹੀ ਪਤਾ ਨਹੀਂ ਲੱਗਿਆ, ਦੂਏ ਨੂੰ ਗਲਤ ਗਾਈਡ ਕਰਤਾ, ਸਾਰੀ ਸਜ਼ਾ ਸਾਨੂੰ ਮਿਲਣੀ ਹੈ, ਸੰਗਤ ਨੂੰ ਨਹੀਂ ਮਿਲਣੀ ਹੈਗੀ। ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ, ਨਾਨਕ ਕਹੋ ਨਾ ਸਿੱਜੀ, ਬਿਨ ਨਾਮੇ ਪਤ ਜਾਏ। ਸਰੀਰ ਨਾਲ ਜੁੜ ਗਏ, ਰਸਾਂ ਕਸਾਂ ਨਾਲ ਜੁੜ ਗਏ। ਨਾਮ ਤੋਂ ਬਿਨਾਂ ਜਿਹੜੀ ਆਤਮਾ ਭਟਕਦੀ ਹੈ, ਉਹਦੀ ਗਤੀ ਹੋਣੀ ਹੈ। ਉਹੀ ਪਤ ਹੈ ਭਾਈ ਉਹਦੀ, ਉਹੀ ਤਾਂ ਨਾਮ ਦੀ ਚਾਦਰ ਇਹਨੇ ਲੈਣੀ ਹੈ। ਸੱਚ ਖਾਣਾ, ਸੱਚ ਪਹਿਨਣਾ, ਉਹੀ ਤਾਂ ਇਹਨੇ ਪਹਿਨਣਾ ਵਾ ਆਤਮਾ ਨੇ। ਜਿਵੇਂ ਸਰੀਰ 'ਤੇ ਕੱਪੜਾ ਪਹਿਨਿਆ ਇਹਨੇ, ਆਤਮਾ ਨੇ ਸੱਚ ਦਾ ਕੱਪੜਾ ਪਹਿਨਣਾ ਵਾ। ਸੱਚ ਨਾਮ ਆਧਾਰ, ਉਹੀ ਇਹਦਾ ਆਧਾਰ ਹੈ, ਉਹਦੇ ਨਾਲ ਹੀ ਇਹਨੇ ਸ਼ਾਂਤ ਹੋਣਾ। ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਵੇਂ ਦੁੱਖ ਕਾਲ ਸੰਤਾਪੇ। ਦੋ ਹੀ ਪੱਖ ਆਪਾਂ ਸਤਿਗੁਰਾਂ ਨੇ ਸਮਝਾਏ ਨੇ। ਦੇਨਹਾਰ ਨੂੰ ਅਸੀਂ ਛੱਡਤਾ, ਜੇ ਛੱਡਿਆ ਤਾਂ ਸਾਨੂੰ ਕੀ ਸਜ਼ਾ ਵਾ, ਥੱਲੇ ਸਮਝਾਤਾ। ਬਿਨ ਨਾਵੇਂ ਪਤ ਜਾਏ, ਕਾਲ ਫਿਰ ਫੜ ਕੇ ਲੈ ਜਾਊਗਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੇ ਲਾਗੇ। ਫਿਰ ਜੀਵ ਜਾਗਦਾ ਹੈ, ਉਹਦਾ ਕੋਈ ਫਾਇਦਾ ਨਹੀਂ, ਜਾਨੂੰ ਸਮਾਂ ਨਿਕਲ ਜਾਂਦਾ ਵਾ। ਆਪਾਂ ਕਬੀਰ ਜੀ ਦਾ ਸਲੋਕ ਲੈਂਦੇ ਹਾਂ। ਸਾਰੰਗ ਕਬੀਰ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਹੁਣ ਆਪਾਂ ਆਏ ਹਾਂ ਭਾਈ, ਇੱਕ ਦਾ ਬਾਣੀ ਗਿਆਨ ਕਰਾਉਂਦੀ ਹੈ, ਇੱਕ ਦਾ ਗਿਆਨ ਹੈ ਬਾਣੀ। ਸਤਿਗੁਰ ਪ੍ਰਸਾਦ ਤੋਂ ਭਾਵ ਸੱਚ ਦਾ ਗਿਆਨ, ਪ੍ਰਸਾਦ ਉਹਦੀ ਕਿਰਪਾ, ਆਤਮਾ ਦੀ ਖੁਰਾਕ, ਸੱਚ ਦਾ ਨਾਮ, ਸੱਚ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜੀ ਤੋਂ ਸਾਡੀਆਂ ਭੁੱਖਾਂ, ਮਤਲਬ ਮਨ ਦੀ ਭੁੱਖ ਜਿਹੜੀ ਜਾਣੀ ਹੈ, ਉਹ ਨਾਮ ਨਾ ਜਾਣੀ ਹੈ। ਜਿਹੜੀ ਸਰੀਰ ਦੀ ਭੁੱਖ ਹੈ, ਉਹ ਸਾਨੂੰ ਦਿੱਤੀ ਹੈ ਬਾਹਰ ਉਹਨੇ, ਉਹ ਵੀ ਉਹਦੀ ਕਿਰਪਾ ਹੈ। ਲੋਕ ਪਰਲੋਕ ਦਾ ਮਾਲਕ ਹੈ ਭਾਈ ਉਹ, ਜਿਹਨੇ ਲੋਕ ਪਰਲੋਕ ਆਪਦੇ ਸਮਾਰਨੇ ਨੇ। ਤਾਂ ਗੁਰ ਸ਼ਬਦ ਦੀ ਕਮਾਈ ਕਰਨੀ ਪਊਗੀ, ਇਹੀ ਤਾਂ ਕਿਰਪਾ ਲੈਣੀ ਸੀ। ਗੁਰੂ ਘਰ ਜਾ ਕੇ ਵੀ ਇਹੀ ਸੁਣਨਾ, ਗੁਰ ਸ਼ਬਦ ਦੀ ਵਿਚਾਰ ਸੁਣਨੀ ਆ। ਸਾਨੂੰ ਗੁਰੂ ਸਾਹਿਬ ਕੀ ਹੁਕਮ ਆਇਆ, ਜਿੱਥੇ ਵੀ ਧਾਰਮਿਕ ਸਮਾਗਮ ਹੁੰਦੇ ਉੱਥੇ ਉਹਦੀ ਕਿਰਪਾ ਰਹਿਮਤ ਹੀ ਲੈਣੀ ਆਪਾਂ। ਭਗਤ ਜੀ ਸਮਝਾਉਂਦੇ ਨੇ, ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬਨਤਾ, ਹਿਤ ਲਾਗੋ ਸਭ ਫਨ ਕਾ। ਭਗਤ ਜੀ ਤਾਂ ਐ ਸਮਝਾਉਂਦੇ, ਭਾਈ ਜੀ ਦੇ ਨਾਲ ਜੁੜਿਆ ਬੈਠਾ, ਦੇਨਹਾਰ ਪ੍ਰਭ ਛੋੜ ਕੇ
ਲਾਗੇ ਆਣ ਸਵਾਏ। ਫਿਰ ਸਹਾਈ ਕੌਣ ਹੋ ਉੱਥੇ? ਉਹ ਤਾਂ ਮਨ ਤਾਂ ਫਿਰ ਹਰ ਦਾ ਦਰਸ਼ਨ ਹੋਊਗਾ, ਹਰ ਦਾ ਗਿਆਨ ਹੋਊਗਾ, ਹਰ ਦੇ ਚਰਨਾਂ 'ਚ ਪਹੁੰਚਾਂਗੇ, ਉਹ ਨਹੀਂ ਸਹਾਈ ਹੋਣਾ। ਫਿਰ ਜਿਹੜੇ ਭੈਣ ਭਾਈ ਨੇ ਤਾਂ ਇੱਥੇ ਰਹਿ ਜਾਣੇ ਨੇ ਸਾਰੇ, ਵਾਰੀ ਵਾਰੀ ਜਾਣਾ ਪੈਣਾ ਆਪਾਂ ਨੂੰ। ਜੇ ਮਾਰ ਕੇ ਜਾ ਤਾਂ ਅਕੇਲਾ ਇਕੱਲੇ ਨੂੰ ਜਾਣਾ ਪਊਗਾ। ਰਹਾਓ ਆਗੇ ਕੋ ਕਿਛ ਤੁਲਹਾ ਵਾਂਧੋ, ਕਿਆ ਪਰਵਾਸਾ ਤਨ ਕਾ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਨਕਾ। ਜਿਹੜੇ ਸਰੀਰ ਨੂੰ ਅਸੀਂ ਬੜਾ ਪ੍ਰਬਲ ਮੰਨੀ ਬੈਠੇ ਹਾਂ, ਕੱਚਾ ਭਾਂਡਾ ਹੈ ਭਾਈ। ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਏ। ਉਹ ਜੋਤ ਕਰਕੇ ਸਾਨੂੰ ਸੱਚ ਲੱਗ ਰਿਹਾ। ਆਦ ਸੱਚ ਤੋਂ ਭਾਵ ਵੀ ਇਹੀ ਹੈ, ਇਹਦਾ ਮੂਲ ਸੱਚ ਹੈ। ਸੱਚ ਕਰਕੇ ਸਾਰੀ ਸ੍ਰਿਸ਼ਟੀ ਖੜੀ ਹੈ, ਸੱਚ ਨਾਲ ਜੁੜ ਕੇ ਖੜੀ ਹੈ। ਝੂਠ ਸੱਚ ਨਾਲ ਜੁੜ ਕੇ ਖੜ ਸਕਦਾ ਹੈ, ਸੱਚ ਨੂੰ ਝੂਠ ਦੀ ਲੋੜ ਨਹੀਂ ਹੁੰਦੀ। ਉਹੀ ਤਾਂ ਆਪਾਂ ਸਮਝਣਾ ਸੀ। ਭਗਤ ਜੀ ਸਮਝਾਉਂਦੇ ਆ ਭਾਈ, ਤੁਲਾ ਕੋ ਬੇੜਾ ਬੰਨੋ ਭਾਈ, ਆਪਦੀ ਤਿਆਰੀ ਕਰੋ। ਰਾਏ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪੜ੍ਹਦੇ ਹੀ ਹਾਂ, ਮਨ 'ਚ ਨਹੀਂ ਵਸਾਉਂਦੇ, ਇਹਨੂੰ ਅਸਰ ਨਹੀਂ ਕਰਦੇ ਹੈਗੇ, ਵਿਚਾਰਦੇ ਨਹੀਂ ਸਾਨੂੰ ਕੀ ਸਮਝਾਉਂਦਾ ਸਤਿਗੁਰ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਨਕਾ। ਕੀ ਪਤਾ ਕਦੋਂ ਹੁਕਮ ਆ ਜਾਣਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਜਨੂੰ ਸਮਾਂ ਆ ਜਾਣਾ ਭਾਈ। ਅੱਗੇ ਭਗਤ ਜੀ ਕੀ ਸਮਝਾਉਂਦੇ ਆ? ਸਗਲ ਧਰਮ ਪੁੰਨ ਫਲ ਪਾਵੋ, ਧੂਰ ਬਾਂਸੋ ਸਭ ਜਨ ਕਾ। ਇਹ ਸੰਤ ਜਨਾਂ ਦੀ ਬਾਣੀ ਹੈ ਭਾਈ, ਭਗਤ ਜਨਾਂ ਦੀ ਬਾਣੀ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਸਨ ਰਾਮ ਬਖਾਣੀ। ਸਾਧੂ ਜਨਾਂ ਨੇ ਰਸਨਾ ਬੁੱਧੀ ਦੇ ਪ੍ਰਗਟ ਕਰਕੇ ਸਾਨੂੰ ਇਹ ਚਿੰਤਾ ਮੁਕਤ ਬਾਣੀ, ਗੁਰੂ ਉਪਦੇਸ਼ ਦਿੱਤਾ ਹੈ। ਇਹਦੇ ਆਪਾਂ ਧਾਰਨੀ ਬਣਨਾ, ਇਹਨੂੰ ਅੰਦਰ ਵਸਾਉਣਾ। ਇਹਨੂੰ ਵਿਚਾਰਾਂਗੇ ਫਿਰ ਆਪ ਦੇ ਆਪ ਹੀ ਅੰਦਰ ਵਸ ਜਾਂਦਾ ਹੈ। ਜਦੋਂ ਅਸੀਂ ਵਿਚਾਰਦੇ ਨਹੀਂ ਤਾਂ ਨਹੀਂ ਸਾਡੇ ਅੰਦਰ ਵਸਦਾ ਹੈਗਾ। ਜਿਹੜੀ ਚੀਜ਼ ਨੂੰ ਅਸੀਂ ਪ੍ਰੇਮ ਕਰਦੇ ਹਾਂ ਉਹੀ ਸਾਡੇ ਅੰਦਰ ਵਸਦੀ ਹੈ। ਇਹ ਧੂਰ ਗਿਆਨ ਆਪਾਂ ਲੈਣਾ, ਇਹੀ ਸੰਤ ਧੂਰ ਹੈ। ਉਹ ਬਾਹਰ ਦੀ ਗੱਲ ਨਹੀਂ ਹੈਗੀ ਭਾਈ। ਬਾਹਰ ਤਾਂ ਮ੍ਰਿਤ ਲੋਕ ਆਏ, ਮਾਤ ਲੋਕ ਤੋਂ ਤਾਂ ਆ ਗਿਆ, ਹੁਣ ਮ੍ਰਿਤ ਲੋਕ 'ਚ ਬੈਠਾ ਹੈ, ਮੜੀ 'ਚ ਬੈਠਾ ਹੈ। ਇਹ ਛੱਡਣਾ ਪੈਣਾ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਏ। ਲਿਖਾ ਕੇ ਆਇਆ, ਸਮਾਂ ਲੈ ਕੇ ਆਇਆ। ਸਾਨੂੰ ਗਿਆਨ ਨਹੀਂ ਹੈਗਾ ਤਾਂ ਕੀ ਹੋਇਆ? ਜਿਵੇਂ ਬੱਚੇ ਕਾਲਜਾਂ 'ਚ ਪੜ੍ਹਦੇ ਆ ਜਾਂ ਸਕੂਲਾਂ 'ਚ ਪੜ੍ਹਦੇ ਆ, ਪਰਚੇ ਹੁੰਦੇ ਆ, ਸਮਾਂ ਹੁੰਦਾ ਉਹਦਾ, ਲਿਖੋ ਨਾ ਲਿਖੋ ਪਰਚਾ ਫੜ ਲੈਂਦੇ ਨੇ। ਇਵੇਂ ਆਪਣਾ ਜੀਵਨ ਹੈ। ਜਦੋਂ ਇਹ ਸਰੀਰ 'ਚੋਂ ਕੱਢੋ, ਸਮਾਂ ਆ ਗਿਆ ਕਾਲ, ਫਿਰ ਕੀ ਕਰਾਂਗੇ? ਫਿਰ ਕੀ ਜਵਾਬ ਦੇਵਾਂਗੇ? ਉਹੀ ਤਾਂ ਕਹਿ ਰਿਹਾ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਦਿਖਲਾਏਗਾ। ਫਿਰ ਕੀ ਬੁੱਧੀ ਕਹਿੰਦੇ ਕੀ ਮੁੱਖ ਦਿਖਲਾਵਾਂਗੇ ਆਪਾਂ ਭਾਈ? ਕੋਈ ਧਰਮ ਕਰਮ ਕੀਤਾ ਹੀ ਨਹੀਂ ਜਿਹੜਾ ਆਪਾਂ ਨੂੰ ਸਤਿਗੁਰ ਸਮਝਾ ਰਹੇ ਨੇ। ਸਰੀਰ ਕਰਕੇ ਧਰਮ ਕਰਮ ਕਰਦੇ ਰਹੇ ਜਿੰਨੇ, ਮਾਇਆ ਦੀ ਇੱਛਾ ਕਰਕੇ ਹਟ ਜੋਗ ਤਪ ਜੋਗ, ਘਰ ਬਾਰ ਛੱਡ ਕੇ ਚਲੇ ਗਏ, ਸੰਸਾਰੀ ਭੇਖ ਪਾਲੇ, ਸੰਸਾਰ ਪ੍ਰਭਾਵਿਤ ਹੋ ਜਾਂਦਾ, ਉਹ ਮੰਨਣ ਲੱਗ ਜਾਂਦਾ, ਹੰਕਾਰ ਹੋਰ ਵੱਧ ਜਾਂਦਾ, ਜਾਨੂੰ ਸਮਾਂ ਆ ਜਾਂਦਾ, ਕਾਲ ਹੈ। ਦੇਖਦੇ ਹਾਂ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਆ। ਸਗਲ ਧਰਮ ਪੁੰਨ ਫਲ ਪਾਵੋ, ਧੂਰ ਬਾਂਸੋ ਸਭ ਜਨ ਕਾ। ਜਿਹਨੂੰ ਸੱਚ ਦਾ ਗਿਆਨ ਹੋ ਗਿਆ, ਜਿਹਨੇ ਸਾਧ ਸੰਗਤ ਤੇ ਸ਼ਬਦ ਦੀ ਪ੍ਰਾਪਤ ਕਰ ਲਈ, ਉਹਦੇ ਸਾਰੇ ਧਰਮ ਹੋ ਗਏ, ਸਾਰੇ ਪੁੰਨ ਹੋ ਗਏ, ਸਾਰੇ ਫਲਾਂ ਦੀ ਉਹਨੂੰ ਪ੍ਰਾਪਤੀ ਹੋ ਗਈ। ਅੱਗੇ ਭਗਤ ਜੀ ਕੀ ਸਮਝਾਉਂਦੇ ਆ? ਕਹੇ ਕਬੀਰ ਸੁਨੋ ਰੇ ਸੰਤੋ, ਇਹ ਮਨ ਉੱਡਣ ਪਖੇਰੂ ਬਨ ਕਾ। ਇਹ ਮਨ ਭਾਈ ਉੱਡਦਾ ਫਿਰਦਾ ਹੈ, ਇਹ ਟਿਕਦਾ ਨਹੀਂ ਹੈਗਾ। ਸੰਤਾਂ ਨੂੰ, ਸੰਸਾਰੀ ਸੰਤਾਂ ਨੂੰ ਸਮਝਾ ਰਹੇ ਨੇ ਭਗਤ ਜੀ, ਉਹ ਭਾਈ ਇਹਨੂੰ ਵਸ ਕਰਨਾ ਹੈ। ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ, ਇਹੀ ਤਾਂ ਕਾਲ ਹੈ। ਮਨ ਵਸਾਵੇ ਨਾਨਕਾ, ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਲੈਣੀ ਹੈ, ਇਹੀ ਤਾਂ ਰਹਿਮਤ ਲੈਣੀ ਸੀ, ਫੇਰ ਹੀ ਟਿਕੂਗਾ ਇਹ। ਜੋਰ ਨ ਜੁਗਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੇ ਸੰਸਾਰ। ਕਿੰਨੇ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਮਝਿਆ। ਕਈ ਉਪਦੇਸ਼ ਦੇ ਕੇ ਬਾਣੀ ਸਾਨੂੰ ਸਮਝਾ ਰਹੀ ਹੈ। ਪਰ ਜੇ ਇਹਨੂੰ ਅਸੀਂ ਸੁਣਾਂਗੇ, ਵਿਚਾਰਾਂਗੇ, ਫਿਰ ਸਾਡਾ ਮਨ ਜਿਹੜਾ ਹੈ ਵਸ ਜਾਊ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾਂ ਕਾਲ ਨੇ ਨਹੀਂ ਛੱਡਣਾ। ਨਾ ਸਾਨੂੰ ਬਾਣੀ ਸਮਝ ਆਉਣੀ ਹੈ। ਸਤਿਗੁਰ ਸਮਝਾਉਂਦੇ ਨੇ, ਪਹਿਲਾ ਪਦਾ ਸ਼ੁਰੂ ਹੁੰਦਾ ਹੈ, ਦੇਨ ਹਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ, ਨਾਨਕ ਕਹੋ ਨਾ ਸਿੱਝੀ ਬਿਨ ਨਾਵੇਂ ਪਤ ਜਾਏ। ਦੇਨਹਾਰ ਨੂੰ ਕਿਵੇਂ ਭੁੱਲ ਗਏ ਅਸੀਂ? ਕਿਉਂਕਿ ਅਸੀਂ ਸੰਸਾਰੀ ਜੀਵ ਹਾਂ,
ਮਾਇਆ ਦੇ ਪਦਾਰਥ ਸਾਨੂੰ ਮਿਲਦੇ ਆ, ਬੜੇ ਖੁਸ਼ ਹੁੰਦੇ ਹਾਂ ਅਸੀਂ। ਕਿੰਨਾ ਕੁ ਚਿਰ ਲਵਾਂਗੇ ਭਾਈ? ਇਹ ਸਰੀਰ ਹੀ ਛੱਡਣਾ ਪੈਣਾ, ਸੰਸਾਰ ਛੱਡਣਾ ਪੈਣਾ। ਫਿਰ ਓਨਾ ਹੀ ਦੁੱਖ ਹੁੰਦਾ ਆਪਾਂ ਨੂੰ। ਜਿੰਨੀ ਸੰਪਤ ਜ਼ਿਆਦਾ ਹੋ ਜਾਂਦੀ ਓਨਾ ਹੀ ਦੁੱਖ ਹੋ ਜਾਂਦਾ ਵਾ, ਜਾਣ ਨੂੰ ਜੀਅ ਨਹੀਂ ਕਰਦਾ। ਸਤਿਗੁਰ ਸਮਝਾਉਂਦੇ ਆ ਪਹਿਲੇ ਪਦੇ 'ਚ, 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੋਟ ਗਵਾਵੇ। ਕੁਦਰਤ ਸਾਨੂੰ ਭਾਵ ਹੁਕਮ ਰਹਿਮਤ ਕਰਦਾ ਹੈ, ਸੰਸਾਰੀ ਵਸਤਾਂ ਦੀ ਪ੍ਰਾਪਤ ਹੋ ਜਾਂਦੀ ਹੈ। ਭਾਵ ਜੀ 10 ਵਸਤਾਂ ਸਾਨੂੰ ਕੋਈ ਦੇ ਦੇਵੇ, ਉਹ 'ਚੋਂ ਇੱਕ ਜਦੋਂ ਚਲੀ ਜਾਂਦੀ ਹੈ ਸਾਡੇ ਮਨ 'ਚ ਖੋਟ ਆ ਜਾਂਦੀ ਹੈ। ਚਲੋ ਅਸੀਂ ਗੁਰੂ ਘਰ ਵੀ ਗਏ, ਇੱਛਾ ਕੀਤੀ, ਸਾਨੂੰ 10 ਚੀਜ਼ਾਂ ਵਸਤਾਂ ਪ੍ਰਾਪਤ ਹੋ ਗਈਆਂ, ਇੱਕ ਕੁਝ ਚਲੀ ਗਈ, ਅਸੀਂ ਜਦੋਂ ਟੁੱਟ ਜਾਂਦੇ ਹਾਂ। ਨਹੀਂ, ਇਹ ਨਹੀਂ ਗੱਲ ਹੈਗੀ, ਕਿਤੇ ਹੋਰ ਜਾਣਾ ਪਊਗਾ। ਖੋਟ ਹੈ ਸਾਡੇ ਮਨ 'ਚ। ਗੁਰੂ ਨੂੰ ਪ੍ਰੇਮ ਨਹੀਂ ਕਰਦੇ ਅਸੀਂ, ਮਾਇਆ ਨੂੰ ਪ੍ਰੇਮ ਕਰਦੇ ਨੇ। ਕੁਦਰਤ ਸਾਰਿਆਂ ਨੂੰ ਪ੍ਰੇਮ ਕਰਦੀ ਹੈ। ਕੁਦਰਤ ਸਰਬ ਪਿਆਰ, ਤਾਂ ਹੀ ਤਾਂ ਸਾਰਿਆਂ ਨੂੰ ਦੇਈ ਜਾ ਰਿਹਾ। ਉਹ ਜੇ ਪ੍ਰੇਮ ਕਰਦਾ, ਅਸੀਂ ਸਾਰੇ ਉਹਦਾ ਵਿਰੋਧ ਕਰਦੇ ਹਾਂ, ਫਿਰ ਉਹ ਦੇਈ ਜਾਂਦਾ। ਐਸਾ ਸੁਭਾਅ ਸੰਸਾਰ 'ਚ ਕਿਸੇ ਦਾ ਨਹੀਂ ਹੁੰਦਾ ਭਾਈ, ਨਾ ਹੋਇਆ ਨਾ ਕੋਈ ਹੋਊਗਾ। ਇਹ ਗੁਣ ਸੰਸਾਰੀ ਜੀਵ 'ਚ ਨਹੀਂ ਹੁੰਦੇ ਹੈਗੇ। ਅਸੀਂ ਉਹਦਾ ਬੁਰਾ ਕਰੀ ਜਾਈਏ, ਉਹ ਸਾਡਾ ਭਲਾ ਕਰੇ ਹੋਊ ਕਦੇ? ਪਰ ਬਾਣੀ ਭਲਾ ਕਰਦੀ ਹੈ ਸਾਡਾ, ਪਰਮੇਸ਼ਰ ਭਲਾ ਕਰਦਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਨਾ ਮਨ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਬਾਬਾ ਫਰੀਦ ਜੀ ਸਮਝਾਉਂਦੇ ਆ, ਭਾਈ ਜੇ ਗੁਰਸਿੱਖ ਕੋਈ ਵਿਰੋਧ ਵੀ ਕਰਦੇ ਆ, ਤੈਨੂੰ ਬੁਰਾ ਭਲਾ ਵੀ ਕਹਿੰਦੇ ਆ, ਗੁੱਸਾ ਨਹੀਂ ਕਰਨਾ, ਤੈਂ ਆਪਦਾ ਕੰਮ ਕਰਨਾ। ਸਮਝਾਉਣਾ ਉਹਨੇ, ਆਪਦਾ ਕੰਮ ਕਰਨਾ ਹੈ, ਤੈਂ ਆਪਦਾ ਕਰਨਾ ਹੈ। ਇਹੀ ਤਾਂ ਭਗਤੀ ਹੈ ਭਾਈ। ਫਰੀਦਾ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਦ। ਐਸਾ ਸੁਭਾਅ ਚਾਹੀਦਾ ਭਾਈ। ਇਹ ਸਮਦ੍ਰਿਸ਼ਟੀ ਬਾਣੀ ਹੈ, ਤਈਓ ਤਾਂ ਗੁਰੂ ਭਗਤ ਸਾਹਿਬਾਨ ਨੇ ਸੰਸਾਰ ਨੂੰ ਤਾਰਿਆ, 4 ਦਾਸੀਆਂ ਕੀਤੀਆਂ, 4 ਕੁੰਟਾਂ ਜਾ ਕੇ ਸਮਝਾਇਆ। ਸਮਦ੍ਰਿਸ਼ਟੀ ਸੀਗੀ। ਇਹ ਸਮਦ੍ਰਿਸ਼ਟੀ ਉਪਦੇਸ਼ ਹੈ ਭਾਈ। 4 ਵਰਨਾ ਕੋ ਉਪਦੇਸ਼ ਸਾਂਝਾ। ਇਹਨੂੰ ਸਮਝਣਾ ਵਾ। ਅਸੀਂ ਤਾਂ ਵਿਰੋਧ ਕਰੀ ਜਾਂਦੇ ਹਾਂ। ਅਸੀਂ ਤਾਂ ਆਪਦੀ ਜਾਤੀਆਂ 'ਚ ਫਸੇ ਬੈਠੇ ਹਾਂ। ਸਾਰੇ ਆਪਦੇ ਆਪ ਨੂੰ ਉੱਚਾ ਮੰਨਦੇ ਨੇ, ਇਹ ਤਾਂ ਵਿਰੋਧ ਹੈ। ਫਿਰ ਏਕ ਵਸਤ ਕਰਨ ਵਿਖੋਟ ਗਵਾਵੇ, ਮਨ ਜਦ ਹੀ ਵਿਗੜ ਜਾਂਦਾ ਹੈ। ਅੱਗੇ ਸਤਿਗੁਰ ਸਮਝਾਉਂਦੇ ਨੇ, ਇੱਕ ਵੀ ਨਾ ਦੇ 10 ਭੀ ਹਿਰਲੇ, ਤੋ ਮੂੜਾ ਕਹੋ ਕਹਾਂ ਕਰੇ। ਫਿਰ ਮਨਾ ਕੀ ਕਰੇਗਾ? ਇੱਕ ਵੀ ਨਾ ਦੇਵੇ, ਸਾਰੀਆਂ ਲੈ ਲਵੇ, ਫਿਰ ਅਸੀਂ ਕੀ ਕਰਾਂਗੇ ਭਾਈ? ਅੱਗੇ ਸਤਿਗੁਰ ਸਮਝਾਉਂਦੇ ਨੇ, ਕੀ ਬੇਨਤੀ ਕਰਨੀ ਹੈ, ਜਿਸ ਠਾਕਰ ਸਿਓ ਨਹੀਂ ਚਾਰਾ, ਤਾਂ ਕੋ ਕੀਜੇ ਨਮਸਕਾਰਾ। ਭਾਈ ਜਿੱਥੇ ਜ਼ੋਰ ਨਾ ਚੱਲਦਾ ਹੋਵੇ, ਜਿੱਥੇ ਬੋਲਣ ਹਾਰੀਏ, ਤਿੱਥੇ ਚੰਗੀ ਚੁੱਪ। ਚੁੱਪ ਬਹੁਤ ਵੱਡੀ ਇੱਕ ਸ਼ਕਤੀ ਹੈ, ਪਰ ਮਨ ਚੁੱਪ ਨਹੀਂ ਕਰਦਾ। ਸਤਿਗੁਰ ਸਮਝਾਉਂਦੇ ਨੇ, ਚੁੱਪੇ ਚੁੱਪ ਨਾ ਹੋਵੀ। ਚੁੱਪ ਨਹੀਂ ਕਰਦਾ। ਮੌਨ ਧਾਰ ਲੈਂਦੇ ਹਾਂ ਅਸੀਂ ਸਰੀਰ ਕਰਕੇ, ਸਮਾਧੀਆਂ ਲਾ ਲੈਂਦੇ ਹਾਂ, ਮਨ ਥੋੜ੍ਹੀ ਚੁੱਪ ਕਰਦਾ ਭਾਈ। ਕਲਪਨਾ ਤਾਂ ਅੰਦਰੋਂ ਉਮੀ ਚੱਲਦੀ ਰਹਿੰਦੀ ਹੈ। ਉਹਦੇ ਅੱਗੇ ਬੇਨਤੀ ਕਰਨੀ ਹੈ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ। ਜਿਵੇਂ ਅਸੀਂ ਟ੍ਰੇਨ 'ਚ ਬਹਿ ਜਾਈਏ ਤਾਂ ਸਾਡਾ ਸਫ਼ਰ ਸ਼ੁਰੂ ਹੋ ਜਾਂਦਾ। ਪਲੇਟਫਾਰਮ ਸਰੀਰ, ਜਿਵੇਂ ਪਲੇਟਫਾਰਮ ਇੱਕ ਸਰੀਰ ਹੈ ਸਾਡਾ। ਇਹ ਪਲੇਟਫਾਰਮ 'ਚੋਂ ਅਸੀਂ ਨਾਮ ਦੇ ਜਹਾਜ਼ 'ਚ ਬਹਿਣਾ। ਜਿਵੇਂ ਸੰਸਾਰੀ ਭਾਵ ਵੀ ਆਪਾਂ ਲਈਏ, ਪਲੇਟਫਾਰਮ ਤੋਂ ਆਪਾਂ ਟ੍ਰੇਨ 'ਚ ਬਹਿ ਕੇ ਆਪਣਾ ਸਫ਼ਰ ਸ਼ੁਰੂ ਹੋ ਗਿਆ। ਜੇ ਆਪਾਂ ਟ੍ਰੇਨ ਦੇ ਅੱਗੇ ਖੜ੍ਹ ਕੇ, ਮੌਤ ਆ। ਇਵੇਂ ਹੁਕਮ ਦੇ ਅੱਗੇ ਖੜ੍ਹਨਾ ਮੌਤ ਹੈ। ਹੁਕਮ ਦਾ ਵਿਰੋਧ ਕਰਨਾ, ਉਹੀ ਤਾਂ ਕਾਲ ਹੈ ਭਾਈ। ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰਨਹਾਰ। ਸੰਤ ਕੀ ਨਿੰਦਾ ਨਾਨਕਾ, ਬਾਹਰ ਬਾਹਰ ਅਵਤਾਰ। ਫਿਰ ਸਾਨੂੰ ਜਨਮ ਲੈਣੇ ਪੈਣਗੇ ਭਾਈ। ਸੰਤ ਦੀ ਸ਼ਰਨ ਜਾਣਾ। ਅਸੀਂ ਰੋਜ਼ ਰਹਿ ਰਸ ਪੜ੍ਹਦੇ ਹਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਹੁਣ ਵੇਲਾ ਸੀ ਸੰਤ ਦਰਸ਼ਨ ਕਰਨੇ, ਸੰਤ ਲੋਕ ਜਾਣਾ। ਹੋਰ ਹੀ ਕੁਝ ਸਮਝੀ ਬੈਠੇ ਅਸੀਂ ਤਾਂ ਬਾਹਰ ਮੁਖੀ ਹਾਂ, ਤਾਂ ਕਰਕੇ ਸਾਨੂੰ ਬਾਹਰ ਹੀ ਸਾਰਾ ਕੁਝ ਦਿਖੀ ਜਾਂਦਾ। ਇਹ ਤਾਂ ਮ੍ਰਿਤ ਲੋਕ ਹੈ ਸਾਰਾ ਭਾਈ। ਇੱਥੇ ਕੀ ਭਾਲਦੇ ਹੋ? ਸਤਿਗੁਰ ਸਮਝਾਉਂਦੇ ਨੇ, ਜਿਸ ਠਾਕਰ ਸਿਓ ਨਹੀਂ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ। ਕਿ ਸਤਿਗੁਰ ਕੀ ਸਮਝਾਉਂਦੇ ਆ? ਜਾ ਕੇ ਮਨ ਲਾਗਾ, ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਮੀਠਾ। ਕਿਹਦੇ ਮਨ ਨੂੰ ਮਿੱਠਾ ਲੱਗਦਾ ਭਾਈ? ਜਿਹੜੇ ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਜਿਹਨਾਂ ਦਾ ਸਫ਼ਰ ਸ਼ੁਰੂ ਹੋ ਗਿਆ, ਜਿਹੜੇ ਟ੍ਰੇਨ 'ਚ ਬਹਿ ਗਏ, ਜਿਹੜੇ ਹੁਕਮ ਦੇ ਧਾਰਨੀ ਹੋ ਗਏ, ਹੁਕਮ ਦੇ ਪਿੱਛੇ ਪਿੱਛੇ ਜਾ ਰਹੇ ਨੇ, ਉਹਨਾਂ ਨੂੰ ਮਿੱਠਾ ਲੱਗਦਾ ਹੈ। ਫਿਰ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁੱਖ ਸਾਗਰ ਉਹਨਾਂ ਦਾ ਪਾਰ ਹੋ ਜਾਂਦਾ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ।
ਪਰ ਇਹ ਕਰਨੀ ਤੇ ਖੜੀ ਆਪਣੀ। ਜੇ ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ ਫਿਰ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਕਰਨੀ ਆਪੋ ਆਪਣੀ, ਕਹਿ ਨੇੜੇ ਕਿ ਦੂਰ। ਜੇ ਤਾਂ ਅਸੀਂ ਆਪਦੀ ਮੱਤ ਨਾਲ ਚੱਲਦੇ ਰਹੇ ਫਿਰ ਦੂਰ ਚਲੇ ਜਾਵਾਂਗੇ। ਦੂਰ ਕੀ ਹੈ? 84 ਲੱਖ ਦਾ ਗੇੜਾ। ਜੇ ਗੁਰਸ਼ਬਦ ਦੀ ਕਮਾਈ ਕਰਾਂਗੇ, ਗਿਆਨ ਵਧੀ ਜਾਊਗਾ, ਨੇੜੇ ਹੋ ਜਾਵਾਂਗੇ। ਇੱਕ ਦਿਨ ਇੰਨੇ ਨੇੜੇ ਹੋ ਜਾਵਾਂਗੇ ਦਰਸ਼ਨ ਹੋ ਜਾਊਗਾ। ਮਨੁੱਖਾ ਦੇਹੀ ਮਿਲੀ ਹੈ ਸਾਨੂੰ ਨਾਮ ਖਾਤਰ, ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋ ਸਰਣ ਆਏ ਜੀਓ, ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਇਹ ਗਿਆਨ ਦੀ ਦ੍ਰਿਸ਼ਟੀ ਨਾਲ ਸਾਨੂੰ ਪਤਾ ਲੱਗਦਾ ਹੈ ਵੀ ਜੀਵ 84 ਲੱਖ ਦਾ ਗੇੜਾ ਕੱਢ ਕੇ ਮਨੁੱਖਾ ਦੇਹੀ ਤੱਕ ਪਹੁੰਚਿਆ ਵਾ ਉਹਦੀ ਕਿਰਪਾ ਨਾਲ। ਇਹ ਹਰ ਇੱਕ ਦੇਹੀ ਸੌਂ ਜਾਂਦਾ ਆ ਕੇ, ਕੁਦਰਤ ਜਾਗਦੀ ਹੈ, ਭਾਵ ਸਤਿਗੁਰ ਜਾਗਦਾ ਹੁਕਮ ਦੇ ਵਿੱਚ। ਸਤਿਗੁਰ ਜਾਗਤਾ ਹੈ ਦਿਓ, ਭੋਲੀ ਮਾਨਣੀ ਹੈ ਦਿਓ। ਸਾਡਾ ਸੁਭਾਅ ਕੀ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦੇ ਹਾਂ। ਹੁਣ ਵੀ ਅਸੀਂ ਸੁੱਤੇ ਪਏ ਹਾਂ, ਜਿਹੜਾ ਕੰਮ ਕਰਨ ਆਏ ਹਾਂ ਉੱਧਰੋਂ ਸੁੱਤੇ ਪਏ ਹਾਂ। ਜਿਵੇਂ ਅਸੀਂ ਸੌਂ ਰਹੇ ਹਾਂ, ਸਾਨੂੰ ਕੋਈ ਠਾਲ ਦੇਵੇ ਸਾਡਾ ਸੁਪਨਾ ਟੁੱਟ ਜਾਂਦਾ ਹੈ, ਝੂਠਾ ਹੋ ਜਾਂਦਾ ਹੈ। ਜਦੋਂ ਸਾਨੂੰ ਇਹ ਸਰੀਰ 'ਚੋਂ ਕੱਢਿਆ ਜਾਂਦਾ ਫਿਰ ਸੰਸਾਰ ਝੂਠਾ ਹੋ ਜਾਂਦਾ। ਫਿਰ ਕਹਿੰਦੇ ਸੁਪਨੇ ਜਿਉਂ ਸੰਸਾਰ ਐਂ ਨਿਕਲ ਜਾਂਦਾ ਹੈ। ਭਾਈ ਜਦੋਂ ਇਹਨੂੰ ਵਿਚਾਰਦੇ ਹਾਂ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਇਹ ਸੁਪਨਾ ਹੀ ਹੈ। ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਉਹੀ ਤਾਂ ਲੈਣ ਆਏ ਸੀ ਆਪਾਂ। ਪਰ ਆਪਾਂ ਤਾਂ ਆਪ ਹੀ ਗੁਰੂ ਬਣੇ ਬੈਠੇ ਹਾਂ, ਆਪ ਹੀ ਸਤਿਗੁਰ ਬਣੇ ਬੈਠੇ ਹਾਂ, ਆਪ ਹੀ ਉੱਚ ਉੱਚੀਆਂ ਪਦਵੀਆਂ ਪ੍ਰਾਪਤ ਕਰੀ ਬੈਠੇ ਹਾਂ। ਇਹ ਤਾਂ ਭਾਈ ਸਾਰੀਆਂ ਸਰੀਰ ਕਰਕੇ ਨੇ, ਆਤਮਾ ਤੋਂ ਤਾਂ ਕੋਰੇ ਹਾਂ ਅਸੀਂ। ਆਤਮ ਗਿਆਨ ਤਾਂ ਸਾਨੂੰ ਹੈ ਹੀ ਨਹੀਂ। ਬਾਣੀ ਕੀ ਸਮਝਾ ਰਹੀ ਹੈ ਉੱਧਰ ਸਾਡਾ ਧਿਆਨ ਹੀ ਨਹੀਂ ਹੈ ਕਿ ਸਾਨੂੰ ਸਮਾਂ ਆ ਜਾਂਦਾ ਵਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਹ ਮੈਂ ਲਾਗੇ। ਫਿਰ ਜਾਗਦਾ ਫਿਰ ਕੀ ਫਾਇਦਾ ਭਾਈ। ਕੋਈ ਸਤਿਗੁਰ ਸਮਝਾਉਂਦੇ ਆ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਵ ਸੁਖ ਤਾਹੂ ਮਨ ਬੂਠਾ। ਹੁਣ ਸਾਰੇ ਸੁੱਖਾਂ ਦੀ ਭਾਈ ਪ੍ਰਾਪਤੀ ਹੁੰਦੀ ਹੈ, ਆਪਾਂ ਵੀ ਇਹ ਕਰਨੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਕੋਈ ਵੀ ਪਾ ਸਕਦਾ ਹੈ ਭਾਈ। ਜੇ ਆਪਾਂ ਭਗਤ ਕਬੀਰ ਜੀ ਦਾ ਸਲੋਕ ਲਈਏ, ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਲਾਦ ਜਪਿਓ ਹਰ ਜੈਸੇ। ਇਹ ਵਿਧੀ ਹੈ ਭਾਈ, ਭਗਤ ਬਾਣੀ ਹੈ ਇਹ, ਇਹਨੂੰ ਸਮਝਣਾ ਵਾ, ਵਿਚਾਰਨਾ ਇਹ ਵਿਧੀ ਹੈ ਇਹਦੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਵੇੜੇ। ਜਿਹੜੇ ਗੁਰਸਿੱਖ ਪਹਿਲਾਂ ਆਪ ਪ੍ਰਾਪਤੀ ਕਰਦੇ ਨੇ ਉਹਨਾਂ ਨੂੰ ਗਰੰਟੀ ਹੁੰਦੀ ਹੈ, ਉਹਨਾਂ ਨੂੰ ਭਰੋਸਾ ਹੁੰਦਾ ਹੈ ਵੀ ਉਹਨੇ ਪਾਰ ਲੰਘਾ ਦੇਣਾ। ਮੈਂ ਜਿਹਨੂੰ ਵੀ ਸਮਝਾਵਾਂਗੇ ਅਸੀਂ, ਜਿਹੜੇ ਵੀ ਆਤਮਾ ਨੂੰ ਇਹਦੇ ਨਾਲ ਜੋੜਾਂਗੇ, ਉਹੀ ਭਗਤ ਜੀ ਸਮਝਾ ਰਹੇ ਨੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਵੇੜੇ। ਇਹ ਦਾਤਾ ਮੈਨੂੰ ਤੇਰੇ 'ਤੇ ਭਰੋਸਾ ਹੈ। ਪੰਚਮ ਪਾਤਸ਼ਾਹ ਵੀ ਇਹਦੀ ਵਿਆਖਿਆ ਕਰਦੇ ਆ, ਤੇਰੇ ਭਰੋਸੇ ਮੈਂ ਲਾੜ ਲੜਾਇਆ, ਭੁੱਲੇ ਚੁੱਕੇ ਬਾਹਰ। ਭੁੱਲ ਜਾਂਦੇ ਹਾਂ ਅਸੀਂ, ਚੁੱਕ ਜਾਂਦੇ ਹਾਂ, ਫਿਰ ਸਮਝਾ ਦਿੰਦਾ ਦਾਤਾ। ਉਹੀ ਭਗਤ ਜੀ ਕਹਿ ਰਹੇ ਨੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਵੇੜੇ। ਮੈਨੂੰ ਭਰੋਸਾ ਤੇਰੇ 'ਤੇ ਪਾਰ ਲੰਘਾ ਦੇਣੇ ਆ। ਤੇਰੇ ਭਰੋਸੇ ਤਾਂ ਮੈਂ ਤੇਰਾ ਜਸ ਕਰ ਰਿਹਾ ਹਾਂ। ਉਹ ਅਵਸਥਾ ਹੀ ਐਸੀ ਹੁੰਦੀ ਹੈ ਕਿ ਪੂਰਨ ਭਰੋਸਾ ਹੋ ਜਾਂਦਾ ਹੈ। ਅੱਗੇ ਭਗਤ ਜੀ ਕੀ ਸਮਝਾਉਂਦੇ ਆ, ਤੁਧ ਭਾਵੇ ਤਾਂ ਹੁਕਮ ਮਨਾਵੇ, ਤੈਂ ਮਨਾ ਲੈਣਾ ਹੁਕਮ। ਉਹਦੇ ਕੋਲ ਬੜੇ ਤਰੀਕੇ ਨੇ, ਵੱਡੀ ਵਡਿਆਈ ਜਾਣਿਆ ਲਾਓ, ਸਾਰਿਆਂ ਦਾ ਤਰੀਕਾ, ਸਾਰਿਆਂ ਦੀ ਸੋਚੀਏ ਕਿਉਂ ਨਹੀਂ ਤਾਂ ਪੈਦਾ ਕੀਤੇ ਨੇ। ਤੁਧ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਅੱਗੇ ਭਗਤ ਜੀ ਕੀ ਸਮਝਾਉਂਦੇ ਆ, ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੁੱਕ ਗਈ ਫਿਰ ਆਵਣ ਜਾ। ਇਹ ਗੁਰ ਪ੍ਰਸਾਦ ਕਿਰਪਾ ਲੈਣੀ ਹੈ ਭਾਈ, ਆਪਾਂ ਗਿਆਨ ਲੈਣਾ ਵਾ, ਇਹੀ ਆਤਮਾ ਦੀ ਖੁਰਾਕ ਹੈ। ਫਿਰ ਸਾਡਾ ਸੰਸਾਰ ਤੋਂ ਹੋਣਾ ਜਾਣਾ ਖਤਮ ਹੋਣਾ। ਅੱਗੇ ਭਗਤ ਜੀ ਸਮਝਾਉਂਦੇ ਨੇ, ਕਹੋ ਕਬੀਰ ਭਜ ਸਾਰੰਗ ਪਾਣੀ, ਉਰ ਵਾਰ ਪਾਰ ਇੱਕੋ ਹੀ ਦਾਨੀ। ਜਿਵੇਂ ਸਾਰੰਗ ਬਬੀਹਾ ਪਾਣੀ ਦਾ ਵਿਰਲਾਪ ਕਰਦਾ, ਐਂ ਆਪਾਂ ਲੱਗੇ ਰਹਿਣਾ, ਇਹਨੂੰ ਵਿਚਾਰਦੇ ਰਹਿਣਾ, ਫਿਰ ਆਪਾਂ ਨੂੰ ਇਨਾਮ ਰੂਪੀ ਜਲ ਮਿਲਣਾ ਹੈ, ਜਿਹਦੇ ਨਾਲ ਸਾਡਾ ਸੰਸਾਰ 'ਚੋਂ ਛੁਟਕਾਰਾ ਹੋਣਾ ਵਾ। ਇਹਦੀ ਪਿਆਸ ਜਾਣੀ ਹੈ, ਜਿਹੜੀ ਅਸੀਂ ਪਿਆਸ ਨਾਲ ਜੁੜੇ ਹਾਂ, ਉਹ ਸਰੀਰ ਦੀ ਲੋੜ ਹੈ ਭਾਈ। ਪਿਆਸ ਤਾਂ ਇਹਨੂੰ, ਭੁੱਖ ਤਾਂ ਇਹਨੂੰ ਨਾਮ ਦੀ ਹੈ। ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖ ਹੈ, ਖਾਏ ਚੱਲੀਏ ਦੁੱਖ। ਸੰਸਾਰੀ ਦੁੱਖ ਤਾਂ ਉਹ ਨਾਮ ਦੀ ਭੁੱਖ ਦੇ ਵਿੱਚ ਹੀ ਸਮਾ ਜਾਂਦੇ ਆ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਸਤਿਗੁਰ ਕੀ ਸਮਝਾਉਣਾ ਚਾਹੁੰਦੇ ਆ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਉਹਦਾ ਸੰਸਾਰ 'ਚ ਕੁਛ ਬਾਕੀ ਨਹੀਂ ਰਹਿ ਜਾਂਦਾ, ਉਹਦਾ ਸੰਸਾਰ 'ਤੇ ਹੋਣਾ ਭਾਈ ਸਫਲ ਹੋ ਜਾਂਦਾ। ਉਹ ਕੌਣ ਹੁੰਦੇ ਨੇ? ਗੁਰਸਿੱਖ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾ। ਜਿਹੜੇ ਗੁਰ ਸ਼ਬਦ ਤੋਂ ਬਾਹਰ ਨਹੀਂ ਜਾਂਦੇ, ਗੁਰ ਸ਼ਬਦ ਦੇ ਉਪਦੇਸ਼ ਤੋਂ ਬਿਨਾਂ ਕਿਸੇ ਦਾ ਜਸ ਨਹੀਂ ਕਰਦੇ, ਉਹ ਹਰ ਦਾ ਆਪਦੇ ਮੂਲ ਦਾ ਜਸ ਕਰਦੇ ਨੇ, ਉਹੀ ਤਾਂ ਗੁਰਸਿੱਖ ਨੇ ਭਾਈ। ਉਹੀ ਅਵਸਥਾ ਪ੍ਰਾਪਤ ਕਰਨੀ ਆਪਾਂ
ਮਨ ਜੀਤੇ ਜਗ ਜੀਤ, ਜਿਹਨੇ ਮਨ ਜਿੱਤ ਲਿਆ ਉਹਦਾ ਸੰਸਾਰ 'ਚ ਕੁਛ ਵੀ ਵਾਕਈ ਨਹੀਂ ਰਹਿ ਗਿਆ ਜਿੱਤਣਾ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ। ਆਪਾਂ ਲੜੀਵਾਰ ਸੁਖਮਨੀ ਸਾਹਿਬ ਦੀ ਵਿਚਾਰ ਕੀਤੀ ਹੈ ਸ਼ੁਰੂ, ਕਥਾ ਦਾ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਕਰਕੇ ਦੇਤੀ, ਆਪਾਂ ਕਥਾ ਕੀ ਕਰ ਸਕਦੇ ਹਾਂ, ਇਹਦੀ ਇਹ ਤਾਂ ਕਥ ਹੈ, ਅਸੀਂ ਤਾਂ ਵਿਚਾਰ ਹੀ ਕਰ ਸਕਦੇ ਹਾਂ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।